गोबिंद होए प्रगटिया दसवें अवतारा। तुर्क दुष्ट सब शह किए हर नाम उचारा। वह उपजो चेला मर्द का मर्दान सदाए। जिन सब पृथ्वी को जीत कर निशान चुलाए। हम एह काज जगत मोआए धर्म हेतु गुरुदेव पठाए। याही काज तरा हम जन्मं समझ लिहो साधु सब मन मंग। धर्म चलावन संत उबारन दुष्ट सबन को मूल उपारन। अब मैं अपनी कथा बखानो तप साधत जिह बिद मोहयानो। हेमकुंट पर्वत है जहाँ सपत श्रृंग सोबत है तहाँ। सपत श्रृंग तिह नाम कहावा पंडराज जह जोग कमावा। तह हम अधिक तपस्या साधी महाकाल काल का आराधी। एह बिद करत तपस्या भयो द्वैते एक रूप हवै गयो। तात मात मुर अलख आराधा बहुविध जोग साधना साधा। तिन जो करी अलख की सेवा ताते भय प्रसन्न गुरुदेवा। तिन प्रभ जब आयस मोह दिया तब हम जन्म कलु में लिया। जितना भयो हमरो आवन कह चुबी रही सुरत प्रभ चरणन में। जिम तिम प्रभ हमको समझायो इम कह कह यह लोक पठायो। मैं अपना सुत तुहे निवाजा पंथ परचुर कर बेको साजा। जाहे तहाँ तुम धर्म चलाए कबुद्ध करन ते लोक हटाए। ठांड भयो मैं जोर कर बचन कहा सिर न्याय। पंथ चला तब जगत में जब तुम करहो सहाय। आज्ञा पही अकाल की तब चलायो पंथ। सब सिखन को हुक्म है गुरु मान्यो ग्रंथ। तप साधत हर मोहे बुलायो इम कह कह यह लोक पठायो। मुर पित पूर्व कियस पयाना भांत भांत के तीर्थ नाना। जब ही जात तरबेणी पहे पुण्य दान दिन करत बतये। तहीं प्रकाश हमारा भयो
ਪਟਨਾ ਸ਼ਹਿਰ ਬਿਖੈ ਭਵ ਲਇਓ, ਤਹੀਂ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਬਿਖੈ ਭਵ ਲਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ, ਜਗ ਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਅੱਜ ਪੰਥਵਾਲੀ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਸ਼ਰਧਾ ਪਿਆਰ ਨਾਲ ਆਪੋ ਆਪਣੇ ਮਨ ਦੀ ਸ਼ਰਧਾ ਪ੍ਰੇਮ ਸਤਿਗੁਰੂ ਜੀ ਨੂੰ ਭੇਟ ਕਰਦੇ ਹੋਏ ਗੁਰਸਿੱਖ ਸੰਗਤਾਂ ਮਨਾ ਰਹੀਆਂ ਹਨ। ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਉਸ ਦੀ 7ਵੀਂ ਪਟਨਾ ਸਾਹਿਬ ਦੀ ਪਾਵਨ ਧਰਤੀ ਸੱਚੇ ਪਾਤਸ਼ਾਹ ਜੀ ਨੇ ਸਤਿਕਾਰਯੋਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰ ਕੌਰ ਜੀ ਦੇ ਉਦਰ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਗਮਨ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਬੜੀ ਵਿਚਿੱਤਰਤਾ ਹੈ। ਬਹੁਤ ਸਤਿਗੁਰੂ ਜੀ ਦਾ ਜੋ ਸੰਸਾਰਕ ਆਯੂ ਹੈ, ਸਰੀਰ ਦੀ ਆਯੂ ਹੈ, ਉਹ ਭਾਵੇਂ ਬਹੁਤ ਸਤਿਗੁਰਾਂ ਜੀ ਨੇ ਛੋਟੀ ਸੰਸਾਰ ਦੇ ਅੰਦਰ ਗਰੀਬ ਨਵਾਜ ਨੇ ਬਤੀਤ ਕੀਤੀ ਹੈ, ਪਰ ਇੰਨੀ ਛੋਟੀ ਆਯੂ ਵਿੱਚ ਐਡੇ ਵੱਡੇ ਪਰਉਪਕਾਰ ਕੀਤੇ ਹੈ। ਬਲੀਦਾਨ ਨਾਲ ਭਰਿਆ ਹੋਇਆ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ, ਮਹਾਰਾਜ ਜੀ ਦਾ ਅੱਜ ਆਗਮਨ ਪੁਰਬ ਹੋਣ ਕਰਕੇ ਸਿੱਖ ਸੰਗਤਾਂ ਨੇ ਹੁਕਮ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਕੇਵਲ ਪੰਛੀ ਝਾਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਨਾਲ ਆਪਣੇ ਅਵਤਾਰ ਧਾਰਨ ਦਾ ਕਾਰਨ ਲਿਖਿਆ ਹੈ ਕਿ ਸਾਡੇ ਆਉਣ ਦਾ ਇੱਕੋ ਇੱਕ ਪ੍ਰਯੋਜਨ ਹੈ, ਸੰਸਾਰ ਦੇ ਉੱਤੇ ਧਰਮ ਸਥਾਪਿਤ ਕਰਨਾ ਤੇ ਦੁਸ਼ਟਾਂ ਦਾ ਵਿਨਾਸ਼ ਕਰਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਆਗਮਨ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੇ ਬਹੁਤ ਭਾਰੀ ਕ੍ਰਿਸ਼ਮੇ ਹੋਏ। ਭੀਖਣ ਸ਼ਾਹ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਆ ਕਰਕੇ ਦਰਸ਼ਨ ਕਰਨੇ, ਹਜ਼ੂਰ ਦਾ ਦਰਸ਼ਨ ਪਾ ਕਰਕੇ ਫਿਰ ਮਨ ਦੇ ਪ੍ਰਸ਼ਨ ਵੀ ਪੁੱਛਣੇ ਕਿ ਆਪ ਕਿਹਨਾਂ ਦੀ ਰੱਖਿਆ ਕਰੋਗੇ। ਉਹਨਾਂ ਵੱਲੋਂ ਵਧਾਈਆਂ ਅੱਗੇ ਦੋਵੇਂ ਕੁੱਜੀਆਂ ਦੇ ਉੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੱਥ ਰੱਖ ਕਰਕੇ ਜਣਾ ਦੇਣਾ ਕਿ ਅਸੀਂ ਸਭ ਦੇ ਸਾਂਝੇ ਇਸ ਸੰਸਾਰ ਦੇ ਉੱਤੇ ਆਏ ਹਾਂ। ਮਹਾਰਾਜ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਪਟਨਾ ਸਾਹਿਬ ਦੀਆਂ ਸਿੰਘ ਸੰਗਤਾਂ ਨੇ ਬਹੁਤ ਭਾਰੀ ਉਤਸ਼ਾਹ ਕੀਤਾ। ਸਾਰੀ ਹਵੇਲੀ ਫੁੱਲਾਂ ਨਾਲ ਸਜਾ ਦਿੱਤੀ। ਸੱਚੇ ਪਾਤਸ਼ਾਹ ਜੀ ਦੇ ਇਉਂ ਘਰ ਵਿੱਚ ਭਾਰੀ ਜਦੋਂ ਖੁਸ਼ੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਆਗਮਨ ਦਾ ਸੁਨੇਹਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਹੁੰਚਾਇਆ ਗਿਆ। ਜਦੋਂ ਸੱਚੇ ਪਾਤਸ਼ਾਹ ਜੀ ਨੂੰ ਇਹ ਸੁਨੇਹਾ ਮਿਲਿਆ ਗਰੀਬ ਨਵਾਜ ਜੀ ਨੂੰ, ਤਾਂ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਜਿਨ ਸੁਨੇਹਾ ਸੁਣਾਇਆ, ਮਹਾਰਾਜ ਨੇ ਆਪਣੇ ਸੁੱਚੇ ਮੋਤੀਆਂ ਦੀ ਮਾਲਾ ਗਰੀਬ ਨਵਾਜ ਨੇ ਬਖਸ਼ ਕੇ ਆਖਿਆ, ਸਿੱਖਾ ਨਿਹਾਲ ਹੋਇਓ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਰੀ ਬਖਸ਼ਿਸ਼ ਕੀਤੀ। ਫਿਰ ਸਤਿਗੁਰੂ ਜੀ ਇਤਿਹਾਸ ਜ਼ਿਕਰ ਕਰਦਾ ਹੈ ਕਿ 4 ਸਾਲ ਦੇ ਸਮੇਂ ਬਾਅਦ ਸਤਿਗੁਰੂ ਜੀ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਪਹਿਲਾ ਜਿਹੜਾ ਮਿਲਾਪ ਹੋਇਆ ਉਹ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਪਟਨੇ ਸਾਹਿਬ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਆਪਣੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕੀਤਾ। ਸੱਚੇ ਪਾਤਸ਼ਾਹ ਜੀ ਦਾ ਬਚਪਨ ਬਾਲ ਲੀਲਾ ਪਟਨਾ ਸਾਹਿਬ ਦੀ ਧਰਤੀ, ਉਹ ਗੰਗਾ ਦਾ ਕਿਨਾਰਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਯਾਦਗਾਰਾਂ, ਗੁਰਦੁਆਰਾ ਕੰਗਨ ਘਾਟ ਸਾਹਿਬ,
ਸੱਚੇ ਪਾਤਸ਼ਾਹ ਜੀ ਨੇ ਜਿਹੜੀ ਰਾਣੀ ਮੈਣੀ ਸੀਗੀ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਦੀ ਗੋਦ ਨੂੰ ਭਾਗ ਲਾਇਆ। ਸਤਿਗੁਰੂ ਜੀ ਦੀਆਂ ਬੇਅੰਤ ਇਹ ਯਾਦਗਾਰਾਂ ਅੱਜ ਵੀ ਪਟਨਾ ਸਾਹਿਬ ਦੇ ਅੰਦਰ ਮੌਜੂਦ ਨੇ। ਚੋਜੀ ਪਾਤਸ਼ਾਹ ਜੀ ਦੇ ਸ਼ਸਤਰ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾਗਰਾਂ ਵਿੱਚ ਵੀ ਤੀਰ ਮਾਰ ਕੇ ਸੱਪਾਂ ਦਾ ਉਧਾਰ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਾਈਨ ਦੁਲਰਾਏ। ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਸਾਨੂੰ ਪੰਜਾਬ ਦੇਸ਼ ਵਿੱਚ ਲੈ ਕਰਕੇ ਜਦੋਂ ਆਏ ਤੇ ਹਜੂਰ ਲਿਖਦੇ ਨੇ, ਰਾਜ ਸਾਜ ਹਮ ਪਰ ਜਬ ਆਇਓ, ਦੇਵ ਲੋਕ ਤਬ ਪਿਤਾ ਸਿਧਾਇਓ। ਉਦੋਂ ਪਿਤਾ ਸਤਿਗੁਰੂ ਜੀ ਦੀ ਸ਼ਹਾਦਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਲਿਖਦੇ ਹੈ ਕਿ ਜਥਾ ਸ਼ਕਤ ਤਬ ਧਰਮ ਚਲਾਇਓ। ਜਦੋਂ ਸਾਡੇ ਉੱਤੇ ਗੁਰਤਾ ਗੱਦੀ ਦਾ ਇਹ ਸਾਰੀ ਜ਼ਿੰਮੇਵਾਰੀ ਆਈ, ਫਿਰ ਮਹਾਰਾਜ ਕਹਿੰਦੇ ਜਥਾ ਸ਼ਕਤ ਹੁੰਦਾ ਜਿੰਨੀ ਪਹੁੰਚ। ਤੇ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਥਾ ਸ਼ਕਤ ਉਹਨੂੰ ਕੌਣ ਗਿਣ ਸਕਦਾ ਹੈ। ਮਹਾਰਾਜ ਕਹਿੰਦੇ ਅਸੀਂ ਜਥਾ ਸ਼ਕਤ ਫਿਰ ਧਰਮ ਸਥਾਪਿਤ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਜੋ ਪਵਿੱਤਰ ਕੌਤਕਾਂ ਨਾਲ ਰੰਗਰੇਜ ਹੋਈ ਧਰਤੀ ਸ਼੍ਰੀ ਆਨੰਦਪੁਰ ਸਾਹਿਬ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਭਾਰੀ ਸ਼੍ਰੀ ਆਨੰਦਪੁਰ ਸਾਹਿਬ ਜੀ ਨੂੰ ਵਸਾਇਆ। ਗਰੀਬ ਨਵਾਜ ਦੀਆਂ ਪਵਿੱਤਰ ਯਾਦਗਾਰਾਂ, ਫਿਰ ਪਹਾੜੀ ਰਾਜਿਆਂ ਦਾ ਸਤਿਗੁਰਾਂ ਜੀ ਦੇ ਨਾਲ ਈਰਖਾ ਕਰਨਾ, ਬਹੁਤ ਵਾਰੀ ਇਹਨਾਂ ਨੇ ਜੰਗ ਦੇ ਮਾਹੌਲ ਬਣਾਉਣੇ, ਰਣਜੀਤ ਨਗਾਰਾ ਸਤਿਗੁਰਾਂ ਜੀ ਨੇ ਸਿਰਜਣਾ। ਫਿਰ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਸਤਿਗੁਰਾਂ ਨੇ ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਮ ਟੇਕੀ ਸੁਧ ਲਈ। ਸੱਚੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਨਗਰ ਵਸਾਉਣਾ, 12 ਦਿਨਾਂ ਵਿੱਚ ਵੱਡਾ ਕਿਲਾ ਰਚ ਦੇਣਾ। ਇੱਥੇ ਹੀ ਫਿਰ ਜਿਹੜਾ ਸੀ ਭੀਮ ਚੰਦ ਰਾਜਾ, ਇਹਦੀ 3.5 ਲੱਖ ਇਹ ਫੌਜ ਚੜਾ ਕਰਕੇ ਲਿਆਇਆ ਤੇ ਸੱਚੇ ਪਾਤਸ਼ਾਹ ਨੇ 1700 ਘੋੜਸਵਾਰਾਂ ਸਮੇਤ ਇਸ ਯੁੱਧ ਨੂੰ ਫਤਿਹ ਕੀਤਾ। ਮਹਾਰਾਜ ਦੀ ਧਾਕ ਜੰਮ ਗਈ ਜਦੋਂ ਸੱਚੇ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਨੂੰ ਫਤਿਹ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਾਪਸ ਸ੍ਰੀ ਆਨੰਦਪੁਰ ਸਾਹਿਬ ਆਉਣਾ, ਪੰਥ ਦੀ ਸਿਰਜਣਾ ਕਰਨੀ, 5 ਪਿਆਰਿਆਂ ਦੀ ਚੋਣ ਕੀਤੀ, ਪੰਥ ਦਾ ਨੀਂਹ ਪੱਥਰ ਸੱਚੇ ਪਾਤਸ਼ਾਹ ਜੀ ਨੇ ਰੱਖਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਥ ਦੀ ਸਿਰਜਣਾ ਕੀਤੀ ਹੈ, ਬਹੁਤ ਭਾਰੀ ਗਿਣਤੀ ਵਿੱਚ ਖਾਲਸਾ ਸਜਿਆ, ਫੌਜਾਂ ਤਿਆਰ ਹੋਈਆਂ। ਫਿਰ ਪਹਾੜੀ ਰਾਜਿਆਂ ਨੇ ਕਦੇ ਸੰਧੀਆਂ ਕਰਨੀਆਂ, ਕਦੇ ਫਿਰ ਈਰਖਾ ਕਰਕੇ ਸੱਚੇ ਪਾਤਸ਼ਾਹ ਦੇ ਵਿਰੋਧ ਵਿੱਚ ਚਲੇ ਜਾਣਾ। ਸ਼ਹਿਜ਼ਾਦੇ ਦਾ ਆਗਮਨ ਹੋਣਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜਾ ਸੀ ਉਹ ਤੱਕ ਪਹੁੰਚ ਹੀ ਨਾ ਸਕਣਾ, ਡਰਦਿਆਂ ਹੋਇਆਂ ਨੇ ਭੱਜ ਜਾਣਾ। ਇਉਂ ਬਹੁਤ ਵਾਰੀ ਮੁਹਿੰਮਾਂ ਚੜ੍ਹੀਆਂ। ਫਿਰ ਵਜੀਦ ਖਾਨ ਸਰਹੰਦ ਦਾ ਸੂਬਾ ਇਹ ਸੱਚੇ ਪਾਤਸ਼ਾਹ ਜੀ ਦੇ ਉੱਪਰ ਹਮਲਾਵਰ ਹੋਇਆ। 22 ਧਾਰ ਦੀਆਂ ਸੈਨਾਵਾਂ ਹਮਲਾਵਰ ਹੋਈਆਂ, ਪਰ ਕੋਈ ਵੀ ਇਹਨਾਂ ਦਾ ਜ਼ੋਰ ਨਾ ਚੱਲਿਆ। ਅਖੀਰ ਇਹਨਾਂ ਨੇ ਨੁਰੰਗੇ ਕੋਲ ਪਹੁੰਚ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਪਰ ਬਹੁਤ ਭਾਰੀ ਗਿਣਤੀ ਵਿੱਚ ਫੌਜ ਚੜਾ ਲਿਆਂਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਭਾਰੀ ਘੇਰਾ ਜਿਹੜਾ ਸੀ ਸ਼੍ਰੀ ਆਨੰਦਪੁਰ ਸਾਹਿਬ ਨੂੰ, ਉਹ ਘੇਰਾਬੰਦੀ ਵਿੱਚ ਲਿਆ ਗਿਆ। ਜੋ ਪਿੱਛੇ ਦਿਹਾੜੇ ਸ਼ਹੀਦੀ ਲੰਘੇ ਆ ਦਸੰਬਰ ਮਹੀਨੇ ਦੇ ਅੰਦਰ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਮੂੰਹ ਤੋੜਵਾਂ ਇਹਨਾਂ ਦੇ ਹਮਲੇ ਦਾ ਜਵਾਬ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਿਦਕ ਤੇ ਸਬਰ ਵਿੱਚ ਰਹਿਣ ਦਾ ਆਪਣੇ ਖਾਲਸੇ ਨੂੰ ਉਪਦੇਸ਼ ਦਿੱਤਾ। ਜ਼ੁਲਮ ਨੂੰ ਨਾਸ਼ ਕਰਨ ਲਈ ਕਿਹਾ ਕਿ ਸ਼ਸਤਰ ਉਠਾਉਣੇ ਪੈਂਦੇ ਆ ਜਦੋਂ ਹੋਰ ਕੋਈ ਵੀ ਜ਼ੁਲਮ ਨੂੰ ਨਾਸ਼ ਕਰਨ ਦਾ ਰਾਹ ਨਾ ਰਹੇ। ਇਹ ਸਤਿਗੁਰਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ੁਭ ਆਨੰਦ ਕਾਰਜ ਜਿਹੜਾ ਹੈ, ਉਹ ਮਾਤਾ ਅਜੀਤ ਕੌਰ ਜੀ ਨਾਲ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ। ਮਾਤਾ ਸੁੰਦਰ ਕੌਰ ਜੀ ਦੇ ਨਾਲ ਆਨੰਦ ਕਾਰਜ ਹੋਇਆ। ਫਿਰ ਮਾਤਾ ਸਾਹਿਬ ਕੌਰ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਆਰਾ ਡੋਲਾ ਗਰੀਬ ਨਵਾਜ ਜੀ ਨੇ ਰੱਖਿਆ। ਮਾਤਾ ਸੁੰਦਰ ਕੌਰ ਜੀ ਦੇ ਉਦਰ ਤੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਣਾ। ਫਿਰ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਜਨਮ ਹੋਣਾ। ਹਜੂਰ ਦੇ 4 ਸਾਹਿਬਜ਼ਾਦੇ ਹੋਏ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਹਜੂਰ ਦਾ ਇਹ ਵਿਚਿੱਤਰ ਜੀਵਨ ਜਦੋਂ
10 ਲੱਖ ਦੀ ਫੌਜ ਦਾ ਘੇਰਾ ਸੱਚੇ ਪਾਤਸ਼ਾਹ ਜੀ ਦੇ ਉੱਪਰ ਕਿਸੇ ਪ੍ਰਕਾਰ ਕੋਈ ਜ਼ੋਰ ਨਾ ਪਾ ਸਕੇ। ਤਾਂ ਜਿਵੇਂ ਇਹਨਾਂ ਨੇ ਫਿਰ ਹਿੰਦੂਆਂ ਨੇ ਸ਼੍ਰੀਮਦ ਭਾਗਵਤ ਗੀਤਾ ਦੀ ਸਹੁੰ ਖਾਣੀ ਤੇ ਗਊ ਦੀ ਸਹੁੰ ਖਾਣੀ, ਮੁਸਲਮਾਨਾਂ ਨੇ ਕੁਰਾਨ ਦੀ ਸ਼ਰੀਫ ਦੀ ਸਹੁੰ ਖਾਣੀ। ਸੱਚੇ ਪਾਤਸ਼ਾਹ ਨੇ ਇਹਨਾਂ ਦੇ ਜੋ ਇਰਾਦੇ ਸੀ ਉਹ ਸਿੰਘਾਂ ਨੂੰ ਦਿਖਾਏ। ਸਿੰਘਾਂ ਦੀ ਮਾਤਾ ਜੀ ਦੀ ਪੁਰਜ਼ੋਰ ਬੇਨਤੀ ਤੇ ਸਤਿਗੁਰਾਂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣਾ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ, ਸਰਸਾ ਨਦੀ ਨੂੰ ਜਦੋਂ ਪਾਰ ਕਰਨ ਲੱਗੇ, ਪਰਿਵਾਰ ਦਾ ਵਿਛੋੜਾ ਹੋਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਜੋ ਮਹਿਲ ਸਨ, ਭਾਈ ਮਨੀ ਸਿੰਘ ਸਾਹਿਬ ਜੀ ਦੀ ਜਿਵੇਂ ਮਹਾਰਾਜ ਸੇਵਾ ਲਾਈ ਸੀ, ਆਪਣੀਆਂ ਮਾਤਾਵਾਂ ਨੂੰ ਨਾਲ ਲੈ ਕੇ ਭਾਈ ਮਨੀ ਸਿੰਘ ਸਾਹਿਬ ਦਿੱਲੀ ਚਲੇ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਉਹ ਜਿਵੇਂ ਫਿਰ ਸਰਹੰਦ ਦੇ ਅੰਦਰ ਸ਼ਹਾਦਤ ਪ੍ਰਾਪਤ ਕੀਤੀ ਅਤੇ ਸੱਚੇ ਪਾਤਸ਼ਾਹ 40 ਸਿੰਘਾਂ ਦੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਦਾ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਆਉਣਾ, ਭੱਠੇ ਨੂੰ ਠਾਰਦਿਆਂ ਹੋਇਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇੱਥੇ 10 ਲੱਖ ਦਾ ਮੁਕਾਬਲਾ ਕਰਨਾ। ਵੱਡੇ ਸਾਹਿਬਜ਼ਾਦੇ ਸੱਚੇ ਪਾਤਸ਼ਾਹ ਜੀ ਨੇ ਹੱਸ ਕੇ ਗਰੀਬ ਪੂਰੀ ਤਰ੍ਹਾਂ ਸ਼ਿਕਸਤ ਦਿੱਤੀ ਸੀ। ਇੱਥੋਂ ਸਤਿਗੁਰੂ ਜੀ ਫਿਰ ਦਮਦਮਾ ਸਾਹਿਬ ਆਏ, ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ। ਚੋਜੀ ਪਾਤਸ਼ਾਹ ਜੀ ਨੇ ਅਤੇ ਆਪਣੇ ਕੰਠ ਤੋਂ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰਨ ਕੀਤੀ ਅਤੇ ਸਾਰੇ ਅਰਥ ਸਤਿਗੁਰੂ ਜੀ ਨੇ ਪੜ੍ਹਾਏ। ਪਾਠਾਂ ਦੇ ਭੇਦ ਸਤਿਗੁਰਾਂ ਜੀ ਨੇ ਦੱਸਣਾ ਕੀਤੇ, ਪਾਠਾਂ ਦੇ ਉਚਾਰਨ ਸਤਿਗੁਰਾਂ ਜੀ ਨੇ ਦੱਸਣਾ ਕੀਤੇ। ਇਸ ਤੋਂ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਵਿਚਰਦਿਆਂ ਹੋਇਆਂ ਇੱਥੇ ਹੀ ਨੰਦੇੜ ਜਾਣ ਦਾ ਮਹਾਰਾਜ ਜੀ ਨੇ ਸੰਕੇਤ ਦਿੱਤਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਿੱਲੀ ਆਏ, ਬਹਾਦਰ ਸ਼ਾਹ ਨੇ ਸਤਿਗੁਰਾਂ ਜੀ ਦੀ ਸ਼ਰਨ ਲੈਣੀ। ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰਾ ਆਜ਼ਮ ਨੂੰ ਮਾਰ ਕੇ ਇਸ ਨੂੰ ਰਾਜ ਭਾਗ ਬਖਸ਼ਿਸ਼ ਕਰਨਾ। ਮਹਾਰਾਜ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਦਮਦਮਾ ਸਾਹਿਬ ਹਮਾਯੂ ਦੇ ਮਕਬਰੇ ਲਾਗੇ ਪਿਤਾ ਸਤਿਗੁਰੂ ਜੀ ਦੇ ਸ਼ਹਾਦਤ ਦੇ ਅਸਥਾਨਾਂ ਤੇ ਮਹਾਰਾਜ ਨਿਸ਼ਾਨ ਕਾਇਮ ਕਰਨੇ। ਫਿਰ ਸੱਚੇ ਪਾਤਸ਼ਾਹ ਨੇ ਰਸਤੇ ਵਿੱਚ ਅਨੇਕਾਂ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਨੰਦੇੜ ਸਾਹਿਬ ਦੀ ਧਰਤੀ ਤੇ ਗਰੀਬ ਨਵਾਜ ਜੀ ਪਹੁੰਚੇ, ਜਿੱਥੇ ਅੱਜ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਸੁਭਾਇਮਾਨ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਇੱਥੇ ਚੋਜ ਵਰਤਾਉਂਦਿਆਂ ਹੋਇਆਂ ਗਰੀਬ ਨਵਾਜ ਜੀ ਨੇ ਜਦੋਂ ਫਿਰ ਸੱਚਖੰਡ ਜਾਣਾ ਸੀਗਾ, ਗੁਲ ਖਾਨ ਨੇ ਸਤਿਗੁਰਾਂ ਜੀ ਦੇ ਪੇਟ ਵਿੱਚ ਛੁਰੇ ਦਾ ਵਾਰ ਕਰਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਨੂੰ ਥਾਂ ਹੀ ਆਪਣੀ ਸ੍ਰੀ ਸਾਹਿਬ ਨਾਲ ਝਟਕ ਦੇਣਾ। ਉਸ ਦੇ ਭੱਜੇ ਜਾਂਦੇ ਸਾਥੀ ਨੂੰ ਸਿੰਘਾਂ ਨੇ ਮਾਰ ਮੁਕਾਇਆ। ਫਿਰ ਸੱਚੇ ਪਾਤਸ਼ਾਹ ਬਹੁਤ ਦਿਨਾਂ ਬਾਅਦ ਜ਼ਖਮ ਦਾ ਰਾਜੀ ਹੋਣਾ। ਫਿਰ ਸਤਿਗੁਰਾਂ ਜੀ ਨੇ ਤਖਤ ਸਜਾ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਰਸ਼ਨ ਦੇਣੇ ਤੇ ਬਹਾਦਰ ਸ਼ਾਹ ਦੇ ਅਮੀਰ ਵਜ਼ੀਰ ਪਤਾ ਲੈਣ ਵਾਸਤੇ ਆਉਣਾ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਏ ਹੋਏ ਧਨਖ ਵੱਲ ਵੇਖ ਕਰਕੇ ਸ਼ੰਕਾ ਕਰਨੀ। ਉਹਨਾਂ ਦੇ ਮਨ ਦੀ ਸ਼ੰਕਾ ਨੂੰ ਮੇਟਣ ਵਾਸਤੇ ਸਤਿਗੁਰਾਂ ਜੀ ਨੇ ਧਨਖ ਨੂੰ ਖਿੱਚ ਕੇ ਤੀਰ ਚਲਾਉਣੇ, ਹਜੂਰ ਦੇ ਜ਼ਖਮ ਦਾ ਖੁੱਲਣਾ। ਫਿਰ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਦਾ ਤਿਆਰਾ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੱਤਕ ਸੁਦੀ ਦੂਜ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ। 5 ਪ੍ਰਕਰਮਾਂ ਦਾ ਨਿਯਮ ਬਣਾਉਣਾ ਸੱਚੇ ਪਾਤਸ਼ਾਹ ਜੀ ਨੇ ਅਤੇ ਇਉਂ ਆਪਣੇ ਮੁਖ ਤੋਂ ਵਾਕ ਕਹੇ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਪ ਸੱਚੇ ਪਾਤਸ਼ਾਹ ਨੇ ਪੰਚਮੀ ਨੂੰ ਫਿਰ ਤਿਆਰਾ ਕੀਤਾ। ਹਜੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਮਰਦ ਅਗੰਬੜੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਫਿਰ ਜੋਤੀ ਵਿੱਚ ਆਪਣੀ ਜੋਤ ਨੂੰ ਮਹਾਰਾਜ ਜੀ ਨੇ ਲੀਨ ਕੀਤਾ। ਸੱਚੇ ਪਾਤਸ਼ਾਹ ਜੀ ਸਮੇਤ ਸਰੀਰ ਸਮੇਤ ਘੋੜੇ ਸਮੇਤ ਸ਼ਸਤਰਾਂ ਦੇ ਸਨੱਧਬੱਧ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੱਚਖੰਡ ਨੂੰ ਚਾਲਾ ਮਾਰਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਜੀਵਨ ਪਰਉਪਕਾਰ ਨਾਲ ਭਰਿਆ ਹੋਇਆ। ਸਤਿਗੁਰੂ ਜੀ ਦੀ ਬਾਬਤ ਪੁੱਛੀਏ ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਆਰ ਦਾ ਮੁਜੱਸਮਾ ਹਨ। ਜਿਸਮ ਹਰਦਰ ਨੂਰ ਗੁਰੂ ਗੋਬਿੰਦ ਸਿੰਘ, ਚਸ਼ਮ ਹਰਦਰ ਨੂਰ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਪਿਆਰ ਦੀ ਨਿਗਾਹ ਦਿੰਦੇ ਐ, ਉਹਨਾਂ ਨੂੰ ਸਭ ਦੇ ਅੰਦਰ ਹੀ ਵਾਹਿਗੁਰੂ ਦਾ ਜਲਵਾ ਦਿਖਾਈ ਦਿੰਦਾ ਹੈ। ਗੁਰੂ ਸਾਹਿਬ ਦਾ ਹਰ ਥਾਂ ਤੇ ਉਹਨਾਂ ਨੂੰ ਜਲਵਾ ਦਿਖਾਈ ਦਿੰਦਾ ਹੈ। ਐਸੀ ਨਿਗਾਹ ਭਾਈ ਨੰਦ ਲਾਲ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ੀ, ਜਿਨ੍ਹਾਂ ਨੇ ਵਾਕ ਕੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ।
ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਤੋ ਸਿੰਘਾਂ ਨੇ ਹੁਕਮ ਕੀਤਾ ਸੀਗਾ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਗਰੀਬ ਨਵਾਜ ਆਪਣੀ ਪਿਆਰੀ ਸਿੱਖੀ ਬਖਸ਼ਿਸ਼ ਕਰਨ, ਸਰਬੱਤ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਵਾਸ ਵਧਾਈਆਂ ਹੋਣ। ਸਤਿਗੁਰੂ ਜੀ ਮਿਹਰ ਕਰਨਾ, ਆਪਣੀ ਸਿੱਖੀ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।